ਤੁਸੀਂ ਨਰਕ ਦਾ ਦਰਵਾਜ਼ਾ ਅਜਿਹੀ ਕਿਸੇ ਥਾਂ ਦਾ ਨਾਂ ਸੁਣਿਆ ਹੈ? ਜੇਕਰ ਨਹੀਂ ਤਾਂ ਅੱਜ ਅਸੀਂ ਨਰਕ ਦੇ ਦਰਵਾਜ਼ੇ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋਵੀਅਤ ਸੰਘ ਵਿੱਚ ਸ਼ਾਮਿਲ ਰਹੇ ਤੁਰਕਮੇਨਿਸਤਾਨ ਦੇ ਉੱਤਰ ਵਿੱਚ ਇੱਕ ਵੱਡਾ ਜਿਹਾ ਖੱਡਾ ਹੈ ਜਿਸ ਨੂੰ ਗੇਟਸ ਆਫ ਹੈਲ ਯਾਨੀ ਨਰਕ ਦਾ ਦਰਵਾਜ਼ਾ ਕਿਹਾ ਜਾਂਦਾ ਹੈ। ਤੁਰਕਮੇਨਿਸਤਾਨ ਦੇ 70% ਹਿੱਸੇ ਵਿੱਚ ਕਾਰਾਕੁਮ ਰੇਗਿਸਤਾਨ ਹੈ। 3.5 ਲੱਖ ਵਰਗ ਕਿਲੋਮੀਟਰ ਦੇ ਇਸ ਰੇਗਿਸਤਾਨ ਦੇ ਉੱਤਰ ਵਾਲੇ ਪਾਸੇ ਗੇਟ ਕ੍ਰੇਟਰ ਯਾਨੀ ਦਰਵਾਜ਼ਾ ਕ੍ਰੇਟਰ ਨਾਂ ਦਾ ਇੱਕ ਵੱਡਾ ਖੱਡਾ ਹੈ। ਇਸ ਖੱਡੇ ਬਾਰੇ ਕੈਨੇਡੀਅਨ ਐਕਸਪਲੋਰਰ ਜਾਰਜ ਕੋਰੋਨਿਚ ਨੇ BBC ਨੂੰ ਦੱਸਿਆ ਕਿ ਜਦੋਂ ਮੈਂ ਪਹਿਲੀ ਵਾਰ ਇਸ ਨੂੰ ਦੇਖਿਆ ਤਾਂ ਇਸ ਦੇ ਕੋਲ ਦੀ ਜ਼ਮੀਨ ਤੇ ਮੈਂ ਪੈਰ ਧਰਿਆ ਤਾਂ ਇਸ ਖੱਡੇ ਤੋਂ ਆਉਣ ਵਾਲੀ ਗਰਮ ਹਵਾ ਸਿੱਧੇ ਮੇਰੇ ਚਿਹਰੇ ਤੇ ਲੱਗੀ। ਮੈਨੂੰ ਲੱਗਾ ਕਿ ਇਹ ਇੱਕ ਅਜਿਹੀ ਥਾਂ ਹੈ ਜਿਸ ਵਿੱਚੋਂ ਖੁਦ ਸ਼ੈਤਾਨ ਆਪਣੇ ਹੱਥਾਂ ਵਿੱਚ ਹਥਿਆਰ ਲੈ ਕੇ ਨਿਕਲਿਆ ਹੋਵੇ। 69 ਮੀਟਰ ਚੌੜੇ ਅਤੇ 30 ਮੀਟਰ ਡੂੰਘੇ ਇਸ ਖੱਡੇ ਵਿੱਚ ਬੀਤੇ ਕਈ ਦਹਾਕਿਆਂ ਤੋਂ ਅੱਗ ਲੱਗੀ ਹੋਈ ਹੈ, ਪਰ ਇਸ ਦਾ ਕਾਰਨ ਸ਼ੈਤਾਨ ਨਹੀਂ ਬਲਕਿ ਇਸ ਵਿੱਚੋਂ ਨਿਕਲਣ ਵਾਲੀ ਕੁਦਰਤੀ ਗੈਸ ਮੀਥੇਨ ਹੈ। ਸਾਲ 2013 ਵਿੱਚ ਨੈਸ਼ਨਲ ਜਿਓਗ੍ਰਾਫਿਕ ਚੈਨਲ ਦੇ ਲਈ ਬਣਾਏ ਜਾ ਰਹੇ ਇੱਕ ਪ੍ਰੋਗਰਾਮ ਦੇ ਦੌਰਾਨ ਇੱਕ ਖੋਜੀ ਦਸਤਾ ਤੁਰਕਮੇਨਿਸਤਾਨ ਦੇ ਇਸ ਇਲਾਕੇ ਵਿੱਚ ਪਹੁੰਚਿਆ ਸੀ। ਜਾਰਜ ਕੋਰੋਨਿਸ ਇਸ ਦਸਤੇ ਦੇ ਮੈਂਬਰ ਸੀ। ਉਹ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਸ ਖੱਡੇ ਵਿੱਚ ਲਗਾਤਾਰ ਬਲ ਰਹੀ ਅੱਗ ਅਸਲ ਵਿੱਚ ਕਦੋਂ ਸ਼ੁਰੂ ਹੋਈ ਸੀ, ਪਰ ਉਹਨਾਂ ਦੀ ਜਾਂਚ ਨੇ ਉਹਨਾਂ ਸਵਾਲਾਂ ਦੇ ਪੂਰੇ ਜਵਾਬ ਦੇਣ ਦੀ ਥਾਂ ਹੋਰ ਸਵਾਲ ਖੜੇ ਕਰ ਦਿੱਤੇ। ਇਸ ਅੱਗ ਬਾਰੇ ਕਹਾਣੀ ਸ਼ੁਰੂ ਹੁੰਦੀ ਹੈ 80 ਦੇ ਦਹਾਕੇ ਦੀ ਸ਼ੁਰੂਆਤ ਤੋਂ। ਇੱਕ ਪ੍ਰਚਲਿਤ ਕਹਾਣੀ ਦੀ ਮੰਨੀਏ ਤਾਂ ਸਾਲ 1971 ਵਿੱਚ ਸੋਵੀਅਤ ਯੂਨੀਅਨ ਦੇ ਭੂ-ਵਿਗਿਆਨੀ ਕਾਰਾਕੁਮ ਦੇ ਰੇਗਿਸਤਾਨ ਵਿੱਚ ਕੱਚੇ ਤੇਲ ਦੀ ਭੰਡਾਰ ਦੀ ਭਾਲ ਕਰ ਰਹੇ ਸਨ। ਇੱਥੇ ਇੱਕ ਥਾਂ ਤੇ ਉਹਨਾਂ ਨੂੰ ਕੁਦਰਤੀ ਗੈਸ ਦੇ ਭੰਡਾਰ ਮਿਲੇ, ਪਰ ਖੋਜ ਦੇ ਦੌਰਾਨ ਉੱਥੇ ਦੀ ਜ਼ਮੀਨ ਧੱਸ ਗਈ ਅਤੇ ਉੱਥੇ 3 ਵੱਡੇ ਖੱਡੇ ਬਣ ਗਏ। ਇਹਨਾਂ ਖੱਡਿਆਂ ਤੋਂ ਮਿਥੇਨ ਦੇ ਰਿਸਣ ਦਾ ਖਤਰਾ ਸੀ ਜੋ ਵਾਤਾਵਰਣ ਵਿੱਚ ਘੁਲ ਸਕਦਾ ਸੀ। ਇੱਕ ਥਿਊਰੀ ਦੇ ਮੁਤਾਬਕ ਇਸ ਨੂੰ ਰੋਕਣ ਦੇ ਲਈ ਭੂ-ਵਿਗਿਆਨੀਆਂ ਨੇ ਉਸ ਵਿੱਚੋਂ ਇੱਕ ਖੱਡੇ ਵਿੱਚ ਅੱਗ ਲਗਾ ਦਿੱਤੀ। ਉਹਨਾਂ ਦਾ ਮੰਨਣਾ ਸੀ ਕਿ ਕੁਝ ਹਫ਼ਤਿਆਂ ਵਿੱਚ ਮਿਥੇਨ ਖਤਮ ਹੋ ਜਾਏਗੀ ਅਤੇ ਅੱਗ ਆਪਣੇ ਆਪ ਬੁਝ ਜਾਏਗੀ। ਪਰ ਕੋਰੋਨਿਸ ਕਹਿੰਦੇ ਨੇ ਕਿ ਇਸ ਕਹਾਣੀ ਨੂੰ ਸੱਚ ਮੰਨਿਆ ਜਾ ਸਕੇ ਇਸ ਪੱਖ ਵਿੱਚ ਉਹਨਾਂ ਨੂੰ ਕੋਈ ਦਸਤਾਵੇਜ਼ ਨਹੀਂ ਮਿਲੇ। ਸਾਲ 2013 ਵਿੱਚ ਆਪਣੇ ਪਹਿਲੇ ਦੌਰੇ ਦੇ ਵੇਲੇ ਉਹਨਾਂ ਨੇ ਕਈ ਸਥਾਨਕ ਲੋਕਾਂ ਨਾਲ ਇਸ ਬਾਰੇ ਗੱਲ ਕੀਤੀ, ਪਰ ਉਹਨਾਂ ਨੂੰ ਪਤਾ ਲੱਗਾ ਕਿ ਇਸ ਬਾਰੇ ਕੋਈ ਵੀ ਕੁਝ ਨਹੀਂ ਜਾਣਦਾ। ਉਹ ਕਹਿੰਦੇ ਨੇ ਕਿ ਇਸ ਖੱਡੇ ਦੇ ਬਾਰੇ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਗੱਲ ਇਹ ਸੀ ਕਿ ਇਸ ਬਾਰੇ ਵਿੱਚ ਵਧੇਰੇ ਜਾਣਕਾਰੀ ਉਪਲਬਧ ਨਹੀਂ ਸੀ। ਇਸ ਦੇਸ਼ ਵਿੱਚ ਜਾ ਕੇ ਵੀ ਤੁਸੀਂ ਇਸ ਬਾਰੇ ਵਧੇਰੇ ਜਾਣਕਾਰੀ ਹਾਸਲ ਨਹੀਂ ਕਰ ਸਕਦੇ। ਮੈਂ ਇਸ ਬਾਰੇ ਅਧਿਕਾਰਕ ਰਿਪੋਰਟ ਅਤੇ ਦਸਤਾਵੇਜ਼ ਲੱਭੇ। ਕੁਝ ਅਖਬਾਰਾਂ ਵਿੱਚ ਇਸ ਘਟਨਾ ਦਾ ਜ਼ਿਕਰ ਜ਼ਰੂਰ ਮਿਲਿਆ, ਪਰ ਕਿਹਾ ਜਾ ਸਕਦਾ ਹੈ ਕਿ ਕੁਝ ਨਹੀਂ ਮਿਲਿਆ। ਤੁਰਕਮੇਨਿਸਤਾਨ ਦੇ ਭੂ-ਵਿਗਿਆਨੀਆਂ ਦੇ ਮੁਤਾਬਕ ਇਹ ਵਿਸ਼ਾਲ ਖੱਡਾ ਅਸਲ ਵਿੱਚ 1960 ਦੇ ਦਹਾਕੇ ਵਿੱਚ ਬਣਿਆ ਸੀ, ਪਰ 1980 ਦੇ ਦਹਾਕੇ ਵਿੱਚ ਇਸ ਵਿੱਚ ਅੱਗ ਲੱਗੀ। ਕੋਰੋਨਿਸ ਕਹਿੰਦੇ ਨੇ ਕਿ ਇਸ ਵਿੱਚ ਅੱਗ ਕਿਵੇਂ ਲੱਗੀ ਇਸ ਨੂੰ ਵੀ ਲੈ ਕੇ ਵਿਵਾਦ ਹੈ। ਉਹ ਕਹਿੰਦੇ ਨੇ ਕੁਝ ਲੋਕ ਕਹਿੰਦੇ ਨੇ ਕਿ ਇਸ ਵਿੱਚ ਜਾਣ ਬੁੱਝ ਕੇ ਅੱਗ ਲਗਾਈ ਗਈ, ਕਈ ਕਹਿੰਦੇ ਨੇ ਕਿ ਅੱਗ ਗਲਤੀ ਨਾਲ ਲੱਗੀ ਅਤੇ ਕੁਝ ਦਾ ਤਾਂ ਇਹ ਵੀ ਕਹਿਣਾ ਹੈ ਕਿ ਅੱਗ ਬਿਜਲੀ ਡਿੱਗਣ ਨਾਲ ਲੱਗੀ। ਇੱਕ ਹੋਰ ਥਿਊਰੀ ਦੇ ਮੁਤਾਬਕ ਫਲੇਅਰਿੰਗ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੋ ਸਕਦਾ ਹੈ। ਕੁਦਰਤੀ ਗੈਸ ਨੂੰ ਕੱਢਣ ਦੀ ਪ੍ਰਕਿਰਿਆ ਵਿੱਚ ਆਮ ਤੌਰ ਤੇ ਇਸ ਤਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਵਿੱਚ ਸੁਰੱਖਿਆ ਦੇ ਲਿਹਾਜ਼ ਨਾਲ ਅਤੇ ਗੈਸ ਬਚਾਉਣ ਦੇ ਲਈ ਜਾਣਬੁੱਝ ਕੇ ਬਚੀ ਗੈਸ ਵਿੱਚ ਅੱਗ ਲਗਾ ਦਿੱਤੀ ਜਾਂਦੀ ਹੈ। ਪਰ ਜਾਣਕਾਰ ਮੰਨਦੇ ਨੇ ਕਿ ਜੇਕਰ ਅਜਿਹਾ ਮਾਮਲਾ ਹੈ ਤਾਂ ਸੋਵੀਅਤ ਸੰਘ ਦੇ ਲਈ ਰਣਨੀਤਕ ਤੌਰ ਤੇ ਅਹਿਮ ਮੁੱਦਾ ਸੀ, ਇਸ ਲਈ ਇਸ ਨਾਲ ਜੁੜੀ ਰਿਪੋਰਟ ਨੂੰ ਟੌਪ ਸੀਕ੍ਰੇਟ ਕਰਾਰ ਦਿੱਤਾ ਗਿਆ ਹੋਵੇਗਾ। ਇਤਿਹਾਸਕਾਰ ਜੇਰੋਨਿਮ ਪੇਰੋਵਿਕ ਕਹਿੰਦੇ ਨੇ ਕਿ ਨਰਕ ਦੇ ਦਰਵਾਜ਼ੇ ਨੂੰ ਲੈ ਕੇ ਜੋ ਰਹੱਸ ਹੈ ਉਹ ਬਿਲਕੁਲ ਤਾਰਕਿਕ ਹੈ। ਜੇਰੋਨਿਮ ਨੇ BBC ਨੂੰ ਕਿਹਾ ਕਿ ਇਹ ਇਸ ਗੱਲ ਦੇ ਵੱਲ ਇਸ਼ਾਰਾ ਕਰਦਾ ਹੈ ਕਿ ਸੋਵੀਅਤ ਸੰਘ ਦੇ ਦੌਰ ਵਿੱਚ ਕੰਮ ਕਿਵੇਂ ਹੁੰਦਾ ਸੀ। ਉਸ ਵੇਲੇ ਸਿਰਫ ਉਹਨਾਂ ਅਭਿਆਨਾਂ ਦੀ ਜਾਣਕਾਰੀ ਜਨਤਕ ਕੀਤੀ ਜਾਂਦੀ ਸੀ ਜੋ ਸਫਲ ਰਹਿੰਦੇ ਸੀ, ਪਰ ਨਾਕਾਮ ਅਭਿਆਨਾਂ ਦੇ ਬਾਰੇ ਕੁਝ ਨਹੀਂ ਦੱਸਿਆ ਜਾਂਦਾ ਸੀ। ਜੇਕਰ ਸਥਾਨਕ ਲੋਕਾਂ ਨੇ ਕੁਝ ਗਲਤ ਕੀਤਾ ਹੈ ਤਾਂ ਉਹ ਨਹੀਂ ਚਾਹਣਗੇ ਕਿ ਇਸ ਬਾਰੇ ਹੋਰਾਂ ਨੂੰ ਪਤਾ ਲੱਗੇ। ਅੱਗ ਦਾ ਇਹ ਖੱਡਾ ਰੇਗਿਸਤਾਨ ਦੇ ਵਿਚਾਲੇ ਉਭਰਿਆ ਸੀ। ਅਜਿਹੇ ਵਿੱਚ ਇਸ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਦਾ ਕੋਈ ਡਰ ਨਹੀਂ ਸੀ ਅਤੇ ਇਸ ਦਾ ਅਸਰ ਵੀ ਨਾ ਦੇ ਬਰਾਬਰ ਹੀ ਸੀ। ਜਾਣਕਾਰ ਮੰਨਦੇ ਨੇ ਕਿ ਉਸ ਦੌਰ ਵਿੱਚ ਸੋਵੀਅਤ ਸੰਘ ਦੇ ਕੋਲ ਕੁਦਰਤੀ ਗੈਸ ਜਾਂ ਬਾਲਣ ਦੀ ਕੋਈ ਘਾਟ ਨਹੀਂ ਸੀ। ਉਹ ਹਰ ਸਾਲ 7 ਲੱਖ ਕਿਊਬਿਕ ਮੀਟਰ ਕੁਦਰਤੀ ਗੈਸ ਦਾ ਉਤਪਾਦਨ ਕਰਦਾ ਸੀ। ਅਜਿਹੇ ਵਿੱਚ ਇਹ ਸੰਭਵ ਹੈ ਕਿ ਗੈਸ ਨੂੰ ਅੱਗ ਦੇ ਹਵਾਲੇ ਕਰ ਦੇਣਾ ਸਹੀ ਬਦਲ ਰਿਹਾ ਹੋਵੇਗਾ। ਉਹ ਕਹਿੰਦੇ ਨੇ ਕਿ ਸਵਿਟਜ਼ਰਲੈਂਡ ਵਰਗਾ ਦੇਸ਼ ਹਰ ਸਾਲ 15,000 ਤੋਂ 16,000 ਕਿਊਬਿਕ ਮੀਟਰ ਕੁਦਰਤੀ ਗੈਸ ਦਾ ਇਸਤੇਮਾਲ ਕਰਦਾ ਹੈ, ਪਰ ਇਸ ਦਾ 4 ਗੁਣਾ ਅੱਗ ਦੇ ਹਵਾਲੇ ਕਰ ਦੇਣਾ ਸੋਵੀਅਤ ਦੇ ਲਈ ਵੱਡੀ ਗੱਲ ਨਹੀਂ ਸੀ। ਇਸ ਦੇ ਲਈ ਇਹ ਸੋਚਣ ਦੀ ਥਾਂ ਕਿ ਇਸ ਨੂੰ ਪਾਈਪਲਾਈਨ ਵਿੱਚ ਪਾ ਕੇ ਦੂਜੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨਾਂ ਨੇ ਇਸ ਨੂੰ ਅੱਗ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ ਹੋਵੇਗਾ।
ਕੁਦਰਤੀ ਗੈਸ ਨੂੰ ਦੂਜੀ ਥਾਂ ਤੇ ਲੈ ਕੇ ਜਾਣ ਦੇ ਲਈ ਉਹਨਾਂ ਨੂੰ ਇੱਥੇ ਵੱਡੇ ਪੱਧਰ ਤੇ ਉਸਾਰੀ ਕਰਨੀ ਪੈਂਦੀ। ਕੋਰੋਨਿਸ ਦੇ ਖੋਜੀ ਦਸਤੇ ਵਿੱਚ ਸ਼ਾਮਿਲ ਰਹੇ ਮਾਈਕਰੋਬਾਇਓਲੋਜਿਸਟ ਸਟੀਫਨ ਗ੍ਰੀਨ ਕਹਿੰਦੇ ਨੇ ਕਿ ਮਿਥੇਨ ਨੂੰ ਬਿਨਾਂ ਕੰਟਰੋਲ ਕੀਤੇ ਵਾਤਾਵਰਣ ਵਿੱਚ ਘੁਲਣ ਦੇਣਾ ਗਲਤ ਵਿਚਾਰ ਹੈ ਅਤੇ ਇਸ ਨੂੰ ਜਲਾ ਦੇਣ ਦੇ ਫੈਸਲੇ ਨੂੰ ਸਮਝਿਆ ਜਾ ਸਕਦਾ ਹੈ। ਉਹ ਕਹਿੰਦੇ ਨੇ ਕਿ ਇਹ ਬੇहद ਖਤਰਨਾਕ ਹੋ ਸਕਦਾ ਸੀ ਕਿਉਂਕਿ ਜਦੋਂ ਤੱਕ ਅੱਗ ਲੱਗੀ ਰਹੇਗੀ ਮਿਥੇਨ ਇੱਕ ਥਾਂ ਤੇ ਜਮ੍ਹਾਂ ਨਹੀਂ ਹੋਏਗੀ, ਨਹੀਂ ਤਾਂ ਇਸ ਵਿੱਚ ਸਮੇਂ-ਸਮੇਂ ਤੇ ਵੱਡਾ ਧਮਾਕਾ ਹੋਣ ਦਾ ਖਤਰਾ ਬਣਿਆ ਰਹਿੰਦਾ। ਇਹ ਗੱਲ ਸੱਚ ਹੈ ਕਿ ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ ਗੈਸ ਛੱਡਣਾ ਖਤਰਨਾਕ ਹੋ ਸਕਦਾ ਹੈ, ਪਰ ਇਸ ਵਿੱਚ ਮਿਥੇਨ ਗੈਸ ਛੱਡਣਾ ਉਸ ਦੇ ਮੁਕਾਬਲੇ ਵਧੇਰੇ ਨੁਕਸਾਨਦੇਹ ਹੈ। ਇਰਾਕ, ਈਰਾਨ ਅਤੇ ਅਮਰੀਕਾ ਵਰਗੇ ਕਈ ਮੁਲਕ ਵੀ ਇਸ ਨੂੰ ਵਾਤਾਵਰਣ ਵਿੱਚ ਛੱਡਣ ਦੀ ਥਾਂ ਇਸ ਨੂੰ ਅੱਗ ਦੇ ਹਵਾਲੇ ਕਰ ਦਿੰਦੇ ਨੇ। ਜੇਰੋਨਿਮ ਪੈਰੋਵਿਕ ਕਹਿੰਦੇ ਨੇ ਕਿ ਇਹ ਇੱਕ ਅਜਿਹੀ ਸਮੱਸਿਆ ਹੈ ਜਿਸ ਦਾ ਹੁਣ ਤੱਕ ਕੋਈ ਹੱਲ ਨਹੀਂ ਨਿਕਲਿਆ। ਤੁਰਕਮੇਨਿਸਤਾਨ ਦੇ ਅਧਿਕਾਰੀਆਂ ਨੇ ਇੱਕ ਵਾਰ ਸੋਚਿਆ ਸੀ ਕਿ ਉਹ ਇਸ ਅੱਗ ਨੂੰ ਬੁਝਾ ਦੇਣ, ਪਰ ਫਿਰ ਉਹਨਾਂ ਨੇ ਸੋਚਿਆ ਕਿ ਸੈਰ ਸਪਾਟੇ ਨੂੰ ਵਧਾਵਾ ਦੇਣ ਦਾ ਇੱਕ ਚੰਗਾ ਰਸਤਾ ਹੋ ਸਕਦਾ ਹੈ। ਹਰ ਸਾਲ ਕਰੀਬ 6000 ਸੈਲਾਨੀ ਅੱਗ ਦੇ ਇਸ ਖੱਡੇ ਨੂੰ ਦੇਖਣ ਆਉਂਦੇ ਨੇ। ਕਾਰਾਕੁਮ ਰੇਗਿਸਤਾਨ ਵਿੱਚ ਇਹ ਖੱਡਾ ਰਾਤ ਨੂੰ ਵੀ ਦੂਰ ਤੋਂ ਦਿਖਾਈ ਦਿੰਦਾ ਹੈ ਅਤੇ ਕਈ ਸੈਲਾਨੀ ਇਸ ਨੂੰ ਦੇਖਣ ਜਾਂਦੇ ਨੇ। ਇਸ ਖੱਡੇ ਦੇ ਕੋਲ ਖੜੇ ਹੋਣ ਦੇ ਆਪਣੇ ਤਜਰਬੇ ਬਾਰੇ ਜਾਰਜ ਕੋਰੋਨਿਸ ਦੱਸਦੇ ਨੇ ਕਿ ਮੈਂ ਇੱਕ ਪ੍ਰੋਟੈਕਟਿਵ ਸੂਟ ਪਾ ਕੇ ਖੜਿਆ ਸੀ ਅਤੇ ਇੱਕ ਪੁਲਾੜ ਯਾਤਰੀ ਦੀ ਤਰ੍ਹਾਂ ਦਿਖ ਰਿਹਾ ਸੀ। ਮੇਰੇ ਸਾਹਮਣੇ ਇੱਕ ਸਟੇਡੀਅਮ ਜਿੰਨਾ ਵੱਡਾ ਅੱਗ ਦਾ ਅਜਿਹਾ ਖੱਡਾ ਸੀ ਜਿਸ ਵਿੱਚੋਂ ਅੱਗ ਨਿਕਲ ਰਹੀ ਸੀ। ਇਹ ਮੇਰੇ ਲਈ ਧਰਤੀ ਤੇ ਰਹਿੰਦੇ ਹੋਏ ਕਿਸੇ ਦੂਜੀ ਦੁਨੀਆ ਵਿੱਚ ਜਾਣ ਵਰਗਾ ਤਜਰਬਾ ਸੀ।